ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਲੜੀ ਜੋ ਸਾਡੀ ਇਹ ਸੂਰਜ ਪ੍ਰਕਾਸ਼ ਤੇ ਅਸੀਂ ਪਹਿਲਾਂ ਸ਼ੁਰੂ ਕੀਤੀ ਸੀ, ਅੱਜ ਉਸ ਤੇ ਇੱਕ ਪ੍ਰਸੰਗ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ, ਬਹੁਤ ਹੀ ਜ਼ਰੂਰੀ ਹੈ ਸਾਨੂੰ ਜਾਣਨਾ, ਕਿਉਂਕਿ ਸਿੱਖ ਜਗਤ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਅਮਰ ਵੇਲ ਵਾਂਗੂ ਛਾਇਆ ਹੋਇਆ ਹੈ, ਜਿਸ ਨੇ ਸਿੱਖੀ ਦੇ ਦਰਖਤ ਨੂੰ ਵਧਣ ਫੁੱਲਣ ਤੋਂ ਰੋਕਿਆ ਹੋਇਆ ਹੈ। ਜੇਕਰ ਅਸੀਂ ਸੂਰਜ ਪ੍ਰਕਾਸ਼ ਦੀ ਸੱਚਾਈ ਨਹੀਂ ਜਾਣਾਂਗੇ ਔਰ ਇਸ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਦਾ ਰਸਤਾ ਨਹੀਂ ਦਿਖਾਵਾਂਗੇ ਤਾਂ ਉਦੋਂ ਤੱਕ ਸਿੱਖੀ ਪਣਪ ਨਹੀਂ ਸਕਦੀ, ਸਿੱਖੀ ਤਰੱਕੀ ਨਹੀਂ ਕਰ ਸਕਦੀ, ਸਿੱਖੀ ਵੱਧ ਫੁੱਲ ਨਹੀਂ ਸਕਦੀ। ਅੱਜ ਦਾ ਜਿਹੜਾ ਪ੍ਰਸੰਗ ਹੈ ਉਹ ਹੈ ਗੁਰੂ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੇਵੀ ਕਿਉਂ ਪ੍ਰਗਟ ਕਰਨੀ ਪਈ। ਮੈਂ ਸ਼ੁਰੂ ਵਿੱਚ ਇੱਕ ਦੋ ਬੇਨਤੀਆਂ ਕਰ ਦੇਵਾਂ। ਪਹਿਲੀ ਬੇਨਤੀ ਤਾਂ ਇਹ ਹੈ ਕਿ ਮੈਂ ਜਿਹੜੀ ਕਹਾਣੀ ਤੁਹਾਨੂੰ ਪਹਿਲਾਂ ਸੁਣਾਉਣੀ ਹੈ ਇਹ ਉਹ ਹੈ ਜਿਹੜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੋਈ ਹੈ। ਉਹ ਗੁਰਮਤ ਨਹੀਂ ਹੈ, ਉਸ ਦਾ ਵਿਸ਼ਲੇਸ਼ਣ ਅਸੀਂ ਅਖੀਰ ਵਿੱਚ ਕਰਾਂਗੇ। ਕਹਾਣੀ ਸਿਰਫ ਇਹ ਜਾਣਨ ਲਈ ਸੁਣਾਈ ਜਾਣੀ ਹੈ ਕਿ ਭਾਈ ਇਸ ਗ੍ਰੰਥ ਨੂੰ ਅਸੀਂ ਮਨਮਤ ਨਾਲ ਭਰਪੂਰ ਗ੍ਰੰਥ ਕਿਉਂ ਮੰਨਦੇ ਹਾਂ, ਕਿਹੜੇ ਕਾਰਨ ਹਨ ਕਿ ਅਸੀਂ ਇਸ ਗ੍ਰੰਥ ਨੂੰ ਗੁਰਦੁਆਰੇ ਸਾਹਿਬਾਨ ਵਿੱਚੋਂ ਬਾਹਰ ਕਢਵਾਉਣਾ ਚਾਹੁੰਦੇ ਹਾਂ। ਤੇ ਪਹਿਲਾਂ ਉਹ ਕਹਾਣੀ ਸੁਣਾਵਾਂਗਾ ਔਰ ਫਿਰ ਉਸ ਦਾ ਵਿਸ਼ਲੇਸ਼ਣ ਕਰਾਂਗਾ। ਦੂਸਰੀ ਗੱਲ ਮੈਂ ਸ਼ੁਰੂ ਵਿੱਚ ਬੇਨਤੀ ਕਰ ਦੇਵਾਂ ਕਿ ਇਹ ਖੋਜ ਦਾ ਕਾਰਜ ਹੈ, ਬੜੇ ਸਹਿਜ ਨਾਲ, ਧੀਰਜ ਨਾਲ ਇਸ ਨੂੰ ਸਮਝਣਾ। ਤੇ ਮੇਰਾ ਜਿਹੜਾ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA, ਇਸ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਜਿਤਨੇ ਕੂੜ ਭਰਪੂਰ ਗ੍ਰੰਥ ਗੁਰਮਤ ਦੇ ਵਿਹੜੇ ਵਿੱਚ ਪਾਏ ਹੋਏ ਨੇ, ਰੱਖੇ ਹੋਏ ਨੇ ਸਾਡੇ ਸਿਰਾਂ ਉੱਤੇ, ਉਹਨਾਂ ਦੇ ਸੱਚ ਦੇ ਬਾਰੇ ਤੁਸੀਂ ਜਾਣੂ ਹੋ ਸਕੋ। ਅਗਰ ਤੁਸੀਂ ਜਾਣੂ ਹੋਣਾ ਚਾਹੁੰਦੇ ਹੋ ਤਾਂ, ਅਗਰ ਜਿਹੜੀ ਲਾਈਨ 'ਤੇ ਤੁਸੀਂ ਲੱਗੇ ਹੋਏ ਹੋ, ਕਹਾਣੀਆਂ ਸਾਖੀਆਂ ਸੁਣਨ 'ਚ ਤੁਹਾਡਾ ਇੰਟਰਸਟ ਹੈ ਔਰ ਤੁਸੀਂ ਕੋਈ ਨਵੀਂ ਗੱਲ ਸੁਣਨ ਨੂੰ ਨਹੀਂ ਚਾਹੁੰਦੇ, ਨਵੀਂ ਗੱਲ ਦੇ ਉੱਤੇ ਵਿਚਾਰ ਨਹੀਂ ਕਰਨਾ ਚਾਹੁੰਦੇ, ਫਿਰ ਇਹ ਮੇਰੀ ਸਾਰੀ ਮਿਹਨਤ ਤੁਹਾਡੇ ਲਈ ਅਜ਼ਾਈ ਹੈ, ਕੁਛ ਨਹੀਂ ਹੈ। ਇਹ ਸਿਰਫ ਤੁਹਾਡਾ ਸਮਾਂ ਖਰਾਬ ਕਰੇਗੀ। ਅਗਰ ਨਵੀਂ ਗੱਲ ਜਾਣਨੀ ਹੈ ਤਾਂ ਫਿਰ ਥੋੜ੍ਹਾ ਜਿਹਾ ਦਿਲ 'ਤੇ ਪੱਥਰ ਰੱਖ ਕੇ ਸਾਰੀ ਗੱਲ ਨੂੰ ਪੂਰੀ ਤਰ੍ਹਾਂ ਸੁਣੋ। ਚੈਨਲ ਨੂੰ ਸਬਸਕ੍ਰਾਈਬ ਪਹਿਲਾਂ ਹੀ ਕਰ ਲਓ ਤਾਂ ਕਿ ਬਾਅਦ ਵਿੱਚ ਬੰਦਾ ਭੁੱਲ ਜਾਂਦਾ, ਔਰ ਮੇਰੇ ਵੀਡੀਓ ਨੂੰ ਲਾਈਕ ਪਸੰਦ ਵੀ ਕਰ ਲਓ। ਅਤੇ ਜੇ ਅੱਗੇ ਚੰਗੀ ਲੱਗੇ ਅਖੀਰ ਵਿੱਚ ਇਸ ਨੂੰ ਸਾਂਝਾ ਵੀ ਕਰ ਦਿਓ ਹੋਰ ਦੋਸਤ ਮਿੱਤਰਾਂ ਕੋਲ, ਕਿਉਂਕਿ ਇਹ ਖੋਜ ਦਾ ਕਾਰਜ ਬੜਾ ਕਠਿਨ ਹੈ ਔਰ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਅੱਗੇ ਵੱਧ ਸਕਦਾ। ਇਕੱਲਾ ਬੰਦਾ ਜਿੰਨੀ ਮਰਜ਼ੀ ਖੋਜ ਕਰੀ ਜਾਵੇ, ਅਗਰ ਉਹਦੇ ਤੱਕ ਸੀਮਤ ਰਹੇਗੀ ਤਾਂ ਉਸ ਦਾ ਕੋਈ ਲਾਹਾ ਨਹੀਂ, ਕੋਈ ਫਾਇਦਾ ਨਹੀਂ। ਆਓ ਅਸੀਂ ਵਿਚਾਰ ਸ਼ੁਰੂ ਕਰਦੇ ਹਾਂ। ਸਾਡੇ ਅੱਜ ਦੀ ਵਿਚਾਰ ਦਾ ਆਧਾਰ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਕਿਉਂ ਪ੍ਰਗਟ ਕਰਨੀ ਪਈ। ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿੱਚ ਰਹਿ ਰਹੇ ਸਨ। ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਉਂਦੀਆਂ ਸਨ ਔਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਸਨ। ਰਸਤੇ ਵਿੱਚ ਹਿੰਦੂ ਤੇ ਮੁਸਲਮਾਨ ਉਹਨਾਂ ਨੂੰ ਟਾਉਂਟਿੰਗ ਕਰਦੇ ਸੀ, ਉਹਨਾਂ ਦਾ ਮਖੌਲ, ਭੱਦਾ ਮਖੌਲ ਉਹਨਾਂ ਦਾ ਉਡਾਉਂਦੇ ਸਨ, ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸਨ, ਉਹਨਾਂ ਨੂੰ ਜਲੀਲ ਕਰਦੇ ਸਨ। ਅਤੇ ਸੰਗਤਾਂ ਨੇ ਆ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਜਦੋਂ ਰਾਹ ਵਿੱਚ ਆਉਂਦੇ ਹਾਂ ਅਤੇ ਸਾਨੂੰ ਪਿੰਡਾਂ ਥਾਵਾਂ 'ਤੇ ਹਰ ਥਾਂ ਹਿੰਦੂ ਅਤੇ ਮੁਸਲਮਾਨ ਬਹੁਤ ਤੰਗ ਪਰੇਸ਼ਾਨ ਕਰਦੇ ਆ, ਇਸ ਦਾ ਕੋਈ ਹੱਲ ਦੱਸੋ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ, ਭਾਈ ਸ਼ਾਸਤਰਾਂ ਤੋਂ ਬਗੈਰ ਸ਼ਕਤੀ ਨਹੀਂ ਆਉਂਦੀ, ਸ਼ਾਸਤਰ ਧਾਰਨ ਕਰਨੇ ਜ਼ਰੂਰੀ ਹਨ। ਇਸ ਕਰਕੇ ਅੱਗੇ ਤੋਂ ਜਦੋਂ ਵੀ ਆਵੋ ਸ਼ਸਤਰ ਧਾਰਨ ਕਰਕੇ ਆਓ
ਔਰ ਸ਼ਸਤਰਾਂ ਦੇ ਅਭਿਆਸ ਵੀ ਕਰਿਆ ਕਰੋ, ਕਿਉਂਕਿ ਸ਼ਸਤਰ ਹੋਣ ਨਾਲ ਸ਼ਕਤੀ ਹੁੰਦੀ ਹੈ, ਅਤੇ ਸ਼ਕਤੀ ਆਉਣ ਨਾਲ ਜੋ ਲੋਕ ਡਰਦੇ ਨੇ। ਸਿੱਖਾਂ ਨੇ ਇਹ ਗੱਲ ਪੱਲੇ ਬੰਨ੍ਹ ਲਈ। ਇਹ ਦੱਸ ਦੇਵਾਂ, ਇਹ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਦੀਆਂ ਗੱਲਾਂ, ਸਨ 1699 ਤੋਂ ਪਹਿਲਾਂ ਦੀਆਂ ਗੱਲਾਂ, ਜਦੋਂ ਹਾਲੇ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਰਾਏ ਸਨ। ਗੋਬਿੰਦ ਸਿੰਘ ਬਣੇ ਸਨ 1699। ਅਗਲੀ ਵਾਰ ਜਦੋਂ ਸੰਗਤਾਂ ਆਈਆਂ ਤਾਂ ਰਾਹ ਦੇ ਵਿੱਚ ਲੋਕਾਂ ਨੇ ਫਿਰ ਪਰੇਸ਼ਾਨ ਕੀਤਾ, ਪਰ ਹੁਣ ਇਹਨਾਂ ਕੋਲ ਸ਼ਸਤਰ ਹੋਣ ਕਰਕੇ ਜਿੱਥੇ ਹਿੰਦੂ ਮੁਸਲਮਾਨ ਥੋੜ੍ਹੀ ਗਿਣਤੀ ਵਿੱਚ ਸਨ, ਉਹ ਡਰ ਜਾਂਦੇ ਸਨ ਔਰ ਪਿੱਛੇ ਹਟ ਜਾਂਦੇ ਸਨ। ਪਰ ਹਾਲੇ ਵੀ ਜਿੱਥੇ ਉਹਨਾਂ ਦੀ ਗਿਣਤੀ ਜ਼ਿਆਦਾ ਸੀ, ਉੱਥੇ ਇਹਨਾਂ ਨਾਲ ਮਖੌਲ ਭੱਦੇ ਮਜ਼ਾਕ ਕਰਦੇ ਸਨ। ਜਦੋਂ ਇਹ ਜਵਾਬ ਦਿੰਦੇ ਸਨ, ਫਿਰ ਇਹਨਾਂ ਨਾਲ ਹੱਥੋਂ ਪਾਈ ਹੁੰਦੇ ਸਨ, ਲੜਾਈ ਕਰਦੇ ਸਨ। ਇਸ ਬਹੁਤ ਕੁੱਟ ਕਟਾਪਾ ਹੁੰਦਾ ਸੀ, ਮਾਰ ਕਾਟ ਹੁੰਦੀ ਸੀ। ਸਿੱਖ ਇੱਕ ਵਾਰ ਗੁਰੂ ਦੇ ਚਰਨਾਂ ਵਿੱਚ ਆਏ। ਗੁਰੂ ਸਾਹਿਬ ਨੇ ਉਹਨਾਂ ਨੂੰ ਸੁੱਖ ਸਾਂਦ ਪੁੱਛੀ ਕਿ ਰਾਸਤੇ ਦਾ ਸਫ਼ਰ ਕਿਵੇਂ ਰਿਹਾ। ਸਿੱਖਾਂ ਨੇ ਦੱਸਿਆ, ਸੱਚੇ ਪਾਤਸ਼ਾਹ ਜੀ, ਤੁਹਾਡੇ ਕਹਿਣ ਅਨੁਸਾਰ ਇਸ ਵਾਰ ਅਸੀਂ ਸ਼ਸਤਰ ਧਾਰਨ ਕੀਤੇ ਸੀ। ਕੁਝ ਸਮਾਂ ਤਾਂ ਸਾਡਾ ਸਫ਼ਰ ਚੰਗਾ ਨਿਕਲਿਆ, ਪਰ ਆਖਰ ਫਿਰ ਜਿੱਥੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਮੈਜੋਰਟੀ ਸੀ, ਜਿੱਥੇ ਉਹਨਾਂ ਦੀ ਸੰਖਿਆ ਜ਼ਿਆਦਾ ਸੀ, ਉੱਥੇ ਜਿਹੜਾ ਫਿਰ ਉਹੀ ਪਹਿਲੇ ਵਾਲਾ ਹਾਲ ਹੋਇਆ। ਬਹੁਤ ਲੜਾਈ ਹੋਈ, ਸਾਡੇ ਕੁਝ ਸਿੱਖ ਮਾਰੇ ਗਏ, ਕੁਝ ਜ਼ਖਮੀ ਹੋ ਗਏ। ਉਹ ਉਹਨਾਂ ਦਾ ਇਲਾਜ ਚੱਲ ਰਿਹਾ। ਅਸੀਂ ਬਹੁਤ ਪਰੇਸ਼ਾਨ ਹੈ, ਤੁਸੀਂ ਸਾਡੇ ਸਹਾਈ ਹੋਵੋ ਤਾਂ ਹੀ ਕੁਝ ਹੋ ਸਕਦਾ। ਤਾਂ ਫਿਰ ਕੀ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕਦਮ ਚੁੱਪ ਹੋ ਗਏ ਗੁਰੂ ਸਾਹਿਬ, ਔਰ 2 ਮਿੰਟ ਲਈ ਗੁਰੂ ਸਾਹਿਬ ਨੇ ਮੌਨ ਰੱਖਿਆ। ਚੁੱਪ-ਚਾਪ 2 ਘੜੀਆਂ ਗੁਰੂ ਸਾਹਿਬ ਚੁੱਪ ਹੋ ਗਏ, ਸਾਰੇ ਸ਼ਾਂਤੀ ਵਰਤ ਗਏ। ਕੁਝ ਦੇਰ ਸੋਚਣ ਤੋਂ ਉਪਰੰਤ ਗੁਰੂ ਜੀ ਦੇ ਮਨ ਵਿੱਚ ਆਇਆ ਕਿ ਸ਼ਸਤਰਧਾਰੀਆਂ ਨੇ ਚੰਡੀ ਹੀ ਮਨਾਈ ਹੈ। ਭਾਵ ਇਕੱਲੇ ਸ਼ਸਤਰ ਰੱਖਣੇ ਕਾਫੀ ਨਹੀਂ, ਸ਼ਸਤਰਾਂ ਦੇ ਨਾਲ ਚੰਡੀ ਦੇਵੀ ਦੀ ਜੋ ਪੂਜਾ ਜਾਂ ਉਸ ਨੂੰ ਪ੍ਰਗਟ ਕਰਨਾ ਵੀ ਜ਼ਰੂਰੀ ਹੈ। ਜਦੋਂ ਤੱਕ ਚੰਡੀ ਪ੍ਰਗਟ ਨਹੀਂ ਹੁੰਦੀ, ਉਦੋਂ ਤੱਕ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸ਼ਾਸਤਰ ਹੋਣ ਦੇ ਬਾਵਜੂਦ ਵੀ ਫਿਰ ਸਾਡੀ ਹਾਰ ਹੋਏਗੀ, ਕੁੱਟ ਖਾਣੀ ਪੈਗੀ। ਤੇ ਦੇਵੀ ਦੀ ਗੁਰੂ ਸਾਹਿਬ ਬਹੁਤ ਉਸਤਤ ਕਰਦੇ ਨੇ। ਪੰਨਾ ਨੰਬਰ 704 ਤੇ ਜਿਹੜਾ 9ਵਾਂ ਭਾਗ ਹੈ ਸੂਰਜ ਪ੍ਰਕਾਸ਼ ਗ੍ਰੰਥ ਦਾ, ਜਿਹੜਾ ਡਾਕਟਰ ਅਜੀਤ ਸਿੰਘ ਔਲਖ ਨੇ ਲਿਖਿਆ ਹੈ, ਉਹਦੇ 704 ਪੰਨਾ ਨੰਬਰ ਤੇ ਗੁਰੂ ਸਾਹਿਬ ਕਹਿੰਦੇ ਨੇ, ਅਸਲ ਵਿੱਚ ਗੁਰੂ ਸਾਹਿਬ ਕਿਤੇ ਕੁਝ ਨਹੀਂ ਕਹਿੰਦੇ। ਇਹ ਮੈਂ ਤੁਹਾਨੂੰ ਗੱਲ ਦੱਸ ਦੇਵਾਂ, ਇਹ ਕਵੀਆਂ ਦੀ ਜਾਲਸਾਜ਼ੀ ਆ, ਸ਼ੈਤਾਨੀ ਆ। ਉਹਨਾਂ ਦੇ ਮਨ ਦੀ ਕਾਲਖ ਹੈ, ਉਹਨਾਂ ਦੇ ਮਨ ਦੀ ਮੈਲ ਹੈ ਕਿ ਹਰ ਗੱਲ ਗੁਰੂ ਸਾਹਿਬ ਦੇ ਮੁਖ ਵਿੱਚੋਂ ਕਹਾਈ ਸਿੱਧ ਕਹੀ ਜਾਂਦੀ, ਸਿੱਧ ਕਰਦੇ ਹਨ। ਲਿਖਿਆ ਹੈ ਕਿ 704 ਨੰਬਰ ਪੰਨੇ ਤੇ 53 ਨੰਬਰ ਛੰਤੇ, ਹਮਰੇ ਮਾਤ ਪਿਤਾ ਇਹ ਦੋ, ਪੁਰਖ ਅਕਾਲ ਚੰਡ ਕਾ ਜੋ। ਜਿਹੜੇ ਇੱਕ ਤਾਂ ਅਕਾਲ ਪੁਰਖ, ਇੱਕ ਚੰਡੀ ਮਾਤਾ, ਇਹ ਸਾਡੇ ਜਿਹੜੇ ਦੋਨੋਂ ਨੇ ਨਾ, ਇਹ ਸਾਡੇ ਸਹਾਇਕ ਨੇ। ਹਮਰੇ ਮਾਤ ਪਿਤਾ, ਮਾਤਾ ਚੰਡੀ ਸਾਡੀ ਮਾਤਾ ਆ, ਤੇ ਅਕਾਲ ਪੁਰਖ ਸਾਡੇ ਪਿਤਾ ਹਨ। ਹੁਣ ਜਿਹੜੇ ਸਿੱਖਾਂ ਨੂੰ ਸਿੱਖੀ ਦੀ ਥੋੜ੍ਹੀ ਬਹੁਤ ਵੀ ਲੋ ਲੱਗੀ ਹੋਈ ਹੈ, ਉਹਨਾਂ ਨੂੰ ਪਤਾ ਹੈ ਕਿ ਇੱਕ ਅਕਾਲ, ਇੱਕ ਵਾਹਿਦ ਸ਼ਕਤੀ ਤੋਂ ਇਲਾਵਾ ਇੱਕ ਜੋ ਕੁਦਰਤ ਦਾ ਕਾਨੂੰਨ ਹੈ, ਜਿਹੜਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ ਵਾਲਾ ਹੈ, ਉਸ ਤੋਂ ਇਲਾਵਾ ਸਿੱਖ ਖਾਲਸਾ ਕਿਸੇ ਹੋਰ ਦੂਜੀ ਤੀਜੀ ਸ਼ਕਤੀ ਨੂੰ ਨਹੀਂ ਮੰਨਦਾ। ਸੋ ਇੱਥੇ ਜਿਹੜਾ ਇਹ ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ, ਹਮਰੇ ਮਾਤ ਪਿਤਾ ਇਹ ਦੋ, ਪੁਰਖ ਅਕਾਲ ਚੰਡ ਕਾ ਜੋ। ਕਿਉਂਕਿ ਸਾਡੇ ਜਿਹੜੇ ਸ਼ਰਾਰਤੀ ਹੈ ਨਾ ਪ੍ਰਚਾਰਕ, ਜਿਹੜੇ ਸਾਡੇ ਉੱਤੇ ਸੂਰਜ ਪ੍ਰਕਾਸ਼ ਗ੍ਰੰਥ ਤੇ ਵਿਚਿੱਤਰ ਨਾਟਕ ਜਿਹੇ ਗ੍ਰੰਥਾਂ ਨੂੰ ਲੱਦਣਾ ਚਾਹੁੰਦੇ ਆ, ਉਹ ਇਹਨਾਂ ਦਾ ਅਰਥ ਕੁਝ ਹੋਰ ਕਰਦੇ ਨੇ। ਇਹਨਾਂ ਦਾ ਅਰਥ ਐਵੇਂ ਵਿਗਾੜ ਕੇ ਕਰਦੇ ਨੇ,
आम बंदे ਜਿਹੜੇ ਸੰਗਤ 'ਚ ਬੈਠੇ ਆ, ਜਿਹੜੇ ਆਪ ਮਿਹਨਤ ਨਹੀਂ ਕਰਨਾ ਚਾਹੁੰਦੇ, ਉਹ ਉਹਨਾਂ ਨਾਲ ਸਹਿਮਤ ਹੋ ਜਾਂਦੇ ਨੇ। ਉਹ ਮੰਨ ਲੈਂਦੇ ਵੀ ਇੱਦਾਂ ਹੀ ਆ, ਜਦ ਕਿ ਸਿੱਧੀ ਭਾਸ਼ਾ ਵਿੱਚ ਲਿਖਿਆ ਹੋਇਆ ਤੁਸੀਂ ਆਪ ਸਮਝ ਲਓ ਅਰਥ ਇਹਦੇ ਕੀ ਬਣਦੇ ਨੇ। ਹਮਰੇ ਮਾਤ ਪਿਤਾ ਇਹ ਦੋ, ਮੇਰੇ ਹਮਾਰੇ ਇਹ ਦੋਨੋਂ ਮਾਤਾ ਪਿਤਾ ਹਨ। ਇੱਕ ਮਾਤਾ ਹੈ, ਇੱਕ ਪਿਤਾ ਹੈ। ਪੁਰਖ ਅਕਾਲ, ਅਕਾਲ ਪੁਰਖ। ਚੰਡਕਾ ਜੋ ਚੰਡੀ ਦੇवी ਹੈ, ये साढ़े माता पिता है। इनकी हमो उपासना भाव है, इन्हां दी उपासना पूजा सानू चंगी लगती है। ये कवि संतोख सिंह किहदे मुखों कढवा रहा? गुरु गोबिंद सिंह जी दे मुख तो। और गुरु गोबिंद सिंह जी कौन हन? जोत ओहा जुगत सह काया फिर पलटिए। गुरु ग्रंथ साहिब की बाणी विच लिखिया होया कि 10 पातशाहियों की जोत इक्को ही सी और जुगत भी इक्को ही सी, सिर्फ शरीर अलग अलग सन। जे पूरे गुरु ग्रंथ साहिब जी सानू किसी देवी देवते की पूजा की मनाही करते हैं, तो फिर इत्थे गुरु गोबिंद सिंह जी के मुख तो ये जिहड़ा कवि संतोख सिंह है, ये देवी की पूजा की गल करवा रहा है। कह रहा गुरु गोबिंद सिंह जी कि मैनू इन्हां दी उपासना चंगी लगती है। जग कारण तारण जग माता, जिहड़ी जग माता है, देवी है, चंडी है, दुर्गा है, ये जग नू तारण वाली है। ये गुरु गोबिंद सिंह जी के मुख तो कढ़वाया जा रहा है। तुमरे हित जग मात मनामू। फिर जदों गुरु गोबिंद सिंह जी ने 2 घड़ियां दा मौन रखिया, उदों बाद विच सिखां नूं कहा कि ठीक है, तुसी जो मेरे कोल बेनती कीती है वो मैं प्रवान करदा, और मैं तुहाडे लई जग माता चंडी देवी नूं मनावांगा, उसनूं रज़ावांगा, उसनूं खुश करांगा, ताकि तुहानूं शक्ति मिल सके। गुरु जी मन विच चंडका प्रगट करन दा विचार बना रहे सन। फिर गुरु जी ने सोचा कि देखो गुरमत विच लिखिया है कि करामात करनी तां मना, गुरमत विच करामात नहीं करनी। इस करके गुरु गोबिंद सिंह जी के मुख तो कवि संतोख सिंह कढ़वा रहा कि मैं अपनी शक्ति प्रगट करांगा, अपनी करामात प्रगट करांगा। किवें? देवी नूं प्रगट करके। फिर इन्नियां गल्लां बातां करके गुरु साहब अपने स्थान ते चले गए, उत्थे जाके सौ गए। रात आराम कीता, सुते रहे। जदों सवेरे उठे, मैं एक गल दस देवां, ਇਹ ਜਿਹੜੀ ਦੇਵੀ ਪੂਜਾ ਤੇ ਦੇਵੀ ਦੇ ਪ੍ਰਗਟ ਕਰਨ ਦਾ ਇਹ 9ਵੇਂ ਭਾਗ ਵਿੱਚ ਕੋਈ 60 ਪੰਨੇ ਨੇ, 60 पेज ने। और 60 पेजां ਵਿੱਚੋਂ ਕਹਿੰਦੇ ਨਾ ਕਵੀ ਸੰਤੋਖ ਸਿੰਘ ਦਾ ਗ੍ਰੰਥ ਬਹੁਤ ਵੱਡਾ, ਬੜੀ ਵਿਸ਼ਾਲ ਕਵਿਤਾ। ਵੀ ਜੇ ਝੂਠ ਬੋਲਣਾ ਹੋਵੇ, ਜੇ ਗੱਪਾਂ ਮਾਰਨੀਆਂ ਹੋਣ, ਤਾਂ ਜਿੰਨੀਆਂ ਮਰਜ਼ੀ ਮਾਰੀ ਜਾਓ, ਜਿੱਡਾ ਵੱਡਾ ਮਰਜ਼ੀ ਗ੍ਰੰਥ ਕਰ ਲਓ। ਇਹ 60 ਪੰਨਿਆਂ ਵਿੱਚ ਇੱਕ ਵੀ ਗੱਲ ਕੰਮ ਦੀ ਨਹੀਂ, ਸਗੋਂ ਸਿੱਖੀ ਦੇ ਹਰ ਪਹਿਲੂ ਨੂੰ ਇੱਥੇ ਨਸ਼ਟ ਕੀਤਾ ਗਿਆ ਹੈ। ਇੱਕ ਗੱਲ ਜਿਹੜਾ ਕਵੀ ਕਦੀ ਨਹੀਂ ਭੁੱਲਦਾ ਵੀ ਯਾਰ ਇਤਿਹਾਸ ਇਹ ਹੁੰਦਾ ਵੀ ਉਹ ਬਾਥਰੂਮ ਗਏ, ਉਹਨਾਂ ਨੇ ਨਹਾਤਾ, ਉਹਨਾਂ ਨੇ ਕੀ ਖਾਧਾ। ਮਕਸਦ ਇਹ ਸਭ ਕੁਛ ਲਿਖਣ ਦਾ ਕੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਦੇਵੀ ਦੀ ਪੂਜਾ, ਦੇਵੀ ਨੂੰ ਪ੍ਰਗਟ ਕਰਨਾ ਇੱਕ ਜਿਹੜਾ ਹੋਰ ਕੰਮ ਬਹੁਤ ਖਾਸ ਦ੍ਰਿੜਤਾ ਨਾਲ, ਨਿਸ਼ਚੇ ਨਾਲ ਇਹ ਕਵੀ ਕਰ ਰਿਹਾ। ਪਤਾ ਨਹੀਂ ਮੈਨੂੰ ਕਿਹੜੀ ਮਜਬੂਰੀ ਸਦਕਾ ਸਾਡੇ ਸਿੱਖ ਵਿਦਵਾਨ, ਸਾਡੀ ਸਾਰੀ ਸਿੱਖ ਕੌਮ ਇਸ ਗ੍ਰੰਥ ਨੂੰ ਰੁਮਾਲੇ ਪਾ ਪਾ ਕੇ ਕਥਾ ਕਰਦੀ ਹੈ। ਆ ਸੁਣੋ ਇਸ ਦੀ ਕਰਤੂਤ, ਇਸ ਕਵੀ ਦੀ। ਸਵੇਰ ਹੋਈ ਨਾ ਤਾਂ
एक सिख सोने का घड़ा लैके आया। सोने के घड़े विच की सी पता? शरदाई सी। शरदाई विच की पाया होया सी? ਉਹਦੇ ਵਿੱਚ बड़ियां महकने वालियां चीज़ां पाईयां सी। गुलाब जल पाया होया सी, ਉਹਦੇ ਵਿੱਚ बदाम पाए होए सी, मिर्चां पाईयां होईयां सी, ते होर किहड़ी खास चीज़ पाई हुई सी ਜਿਹਦੇ करके इन्नी मेहनत कवि लिख कर रहा, एडा वड्डा ग्रंथ लिख रहा। ਉਹਦੇ ਵਿੱਚ भंग पाई हुई सी, भंग चंगी तरह घोटी हुई सी। ਉਹ सोने के घड़े विच ਇਹ लिया के गुरु गोबिंद सिंह जी नूं सिख सवेरे छकारिया। सानू फौज का टाइम याद आ गया। उत्थे बहुत जल्दी सवेरे ड्यूटियां जाना पैंदा सी, ते असीं अपने पैसे दे के एक बच्चा रखिया हुंदा सी, एक लड़का, ਜਿਹੜਾ सवेरे सवेरे लिया के सानू बैड टी कहंदे सी। सवेरे उठण तो पहलां ही चाह लिया के दिंदा सी। वो चाह दे कई कारण सन। कई तां अपना सवेर दी एक्टिविटी जिहड़ी सारा काम है वो चाह पीती तो बगैर नहीं कर सकते सी। जो सोच इशनान उन्हां करना चाह पीती तो बगैर नहीं सी हुंदा। तो सवेरे सवेरे उन्हें उठा लेना ते नाले चाह पिलाउणी। इत्थे एक कवि संतोख सिंह ने आ सवेर का जिहड़ा नियम लिखता गुरु साहब लई, सिख मतलब गुरु साहब दे उठण तो पहलां ही घोटना सोटा लैके भंग रगड़दा सी और फिर सोने दे घड़े विच पा के गुरु साहब दे कोल दाखल हुंदा सी, उन्हां को हाज़र हुंदा सी। फिर गुरु साहब नूं कटोरा भर के भंग दी वाली शरदाई दा पिलाउंदा सी। कल्ली भंग नहीं, अगे फिर नाल अफीम दी गोली भी गुरु साहब छकदे सी। जीव सड़ जाए इहो जे लिखारियां दी, इहो जे विद्वानां दी, जिहड़े पता नहीं किहड़ी दुनिया विच गुमसुम होए पए ने, उन्हां नूं इह ख्याल ही नहीं आउंदा कि इन्हां चीज़ां नूं असीं गुरु घरों बाहर कढना। ਇਹ गुरु गोबिंद सिंह ਦੇ गल पाए ਹੋਈ यार भंग ते अफीम, ਹੁਣ ਜਿਹਦਾ गुरु ही नशा ही है, ਉਹ ਹੁਣ सिख किदां दे होणगे? एक पासे असी टारा मारे जाने आ कि सिख नशियां तो दूर, सिख धर्म विच नशे विवर्जित ने। और आ ग्रंथ एडा वड्डा जिते रुमाले पा के कथा करदे, ये तां कहिंदे वे सवेरे गुरु साहब उठदे ही तद सी जदों उन्हां नूं शरदाई भंग वाली ते नाले अफीम मिल जाती सी। फिर उठते सी तो भंग वाली शरदाई पीती और जुत छतर अफीम गुरु जी ने खाधी छकी। फिर इशनान पानी करके कपड़े पा के अपने दरबार विच गए। दरबार में जदों सुशोभित होए जाके गुरु गोबिंद राय जी, तो एक सिख उन्हां कोल आया। सिख आके कहने लगा कि गुरु जी, ਜਿਹੜੇ ਕੰਮ वास्ते तुसी एक ब्राह्मण ਨੂੰ ਯਾਦ ਕਰਦੇ ਸੀ, ਉਹ ब्राह्मण ਤੁਹਾਡੇ ਬਾਗ ਵਿੱਚ ਉਤਰਿਆ ਹੋਇਆ, ਸਵੱਬ ਨਾਲ ਹੀ ਆਇਆ। ਅਸਲ ਵਿੱਚ ਉਹ ਜਵਾਲਾ ਦੇਵੀ ਦੇ ਜਾ ਰਿਹਾ ਸੀ ਤੇ ਰਾਹ ਵਿੱਚ ਹੁਣ ਤੁਹਾਡੇ ਬਾਗ ਵਿੱਚ ਡੇਰਾ ਕੀਤਾ। ਮੈਂ ਤੁਹਾਡੀ ਸਾਰੀ ਗੱਲ ਉਹਨਾਂ ਨੂੰ ਦੱਸੀ ਆ ਬਾਹਮਣ ਨੂੰ, ਭਈ ਸਾਡੇ ਗੁਰੂ ਜੀ ਦੇਵੀ ਨੂੰ ਪ੍ਰਗਟ ਕਰਨਾ ਚਾਹੁੰਦੇ ਹਨ। ਉਹ ਕਹਿੰਦੇ ਤੁਹਾਨੂੰ ਮਿਲਣਾ ਚਾਹੁੰਦਾ ਹੈ, ਬੜਾ ਖੁਸ਼ ਹੈ कि ठीक है देवी प्रगट करांगे। वो ज्वाला जी का भगत है, देवी का भगत। ज्वाला जी जेड़े मूँह चों अग कढ़दी देवी उहदा भगत है, तो वो इस गल नूं मनदा कि मैं देवी प्रगट करांगा। गुरु साहब ने फटाफट की कीता, अपने कोल अपने जेड़े सिगे सेवक दया राम ते नंद चंद, उन्होंने बुलाया। उन्होंने कहा जाओ, वो जिहड़ा पंडित आया है उसनों जाके बुलाओ। बुलाना बाद च है, केशवदास पंडित उहदा नाम सी। आया वो बनारस तो सी, जाना उन अगे सिगा ज्वाला देवी।
ਉਸ ਨੂੰ ਜਾ ਕੇ ਉਸ ਦਾ ਹਾਲ ਚਾਲ ਪੁੱਛੋ, ਉਸ ਨੂੰ ਰਸਤ ਪਾਣੀ, ਘੋੜਿਆਂ ਦਾ ਦਾਣਾ, ਜੋ ਕੁਝ ਚਾਹੀਦਾ ਹੈ ਉਹ ਉਸ ਨੂੰ ਮੁਹੱਈਆ ਕਰਾਓ, ਉਸ ਨੂੰ ਦਿਓ, ਅਤੇ ਇੱਕ ਤਕੀਦ ਕਰ ਦਿਓ ਕਿ ਮੈਨੂੰ ਮਿਲੇ ਤੋਂ ਬਗੈਰ ਉਹ ਇੱਥੋਂ ਨਾ ਜਾਵੇ। ਦੂਜੀ ਗੱਲ ਇਹ ਕਰ ਦਿੱਤੀ ਕਿ ਉਹਦੇ ਨਾਲ ਪੇਸ਼ ਚੰਗੀ ਤਰ੍ਹਾਂ ਆਉਣਾ ਹੈ, ਕਿਉਂਕਿ ਜਿਹੜੇ ਵਿਦਵਾਨ ਹੁੰਦੇ ਨਾ ਉਹ ਹੰਕਾਰੀ ਹੁੰਦੇ ਆ। ਕਹਿਣ ਤੋਂ ਭਾਵ ਕਿਸੇ ਕਾਰਨ ਨਾਰਾਜ਼ ਹੋ ਕੇ ਪੰਡਿਤ ਕੇਸ਼ਵ ਦਾਸ ਇੱਥੋਂ ਮੈਨੂੰ ਮਿਲੇ ਬਿਨਾਂ ਨਾ ਚਲਾ ਜਾਵੇ। ਇਹ ਦੋਨੋਂ ਜਲਦੀ ਜਲਦੀ ਗਏ, ਦਇਆ ਰਾਮ ਅਤੇ ਨੰਦ ਚੰਦ। ਇਹਨਾਂ ਨੇ 50 ਮਣ ਲੱਡੂ ਲੈ ਲਏ। ਲੱਡੂ ਪਹਿਲਾਂ ਹੀ ਤਿਆਰ ਹੋਣ। ਮਤਲਬ ਇਹ ਲਿਖਾਰੀ ਜਿਹੜੇ ਨਾ ਗੱਪਾਂ ਇੰਨੀਆਂ ਮਾਰਦੇ, ਪਰ ਅਸੀਂ ਕਦੀ ਆਪਣੇ ਦਿਮਾਗ 'ਤੇ ਜ਼ੋਰ ਦਿੱਤਾ ਹੀ ਨਹੀਂ ਵੀ ਯਾਰ ਗੁਰੂ ਸਾਹਿਬ ਨੇ ਕਿਹਾ, ਫਟਾਫਟ ਪਹੁੰਚ ਗਏ ਔਰ 2 ਕੁਇੰਟਲ ਲੱਡੂ ਵੀ ਲੈ ਗਏ। ਲੱਡੂ ਲਿਆ ਕੇ ਉਹਦੇ ਅੱਗੇ ਭੇਂਟ ਕਰਤੇ ਔਰ ਉਹਨੂੰ ਸਾਰਾ ਪੁੱਛਿਆ ਕੀ ਕੁਝ ਚਾਹੀਦਾ, ਅੰਨ ਪਾਣੀ, ਦਾਣਾ ਪਾਣੀ, ਘੋੜਿਆਂ ਦਾ ਸਭ ਕੁਝ ਉਹਨੂੰ ਦੇ ਦਿੱਤਾ, ਦਵਾ ਦਿੱਤਾ। ਔਰ ਨਾਲ ਇਹ ਤਕੀਦ ਕਰ ਦਿੱਤੀ ਵੀ ਸਾਡੇ ਗੁਰੂ ਸਾਹਿਬ ਜਿਹੜੇ ਨੇ ਦੇਵੀ ਨੂੰ ਪ੍ਰਗਟ ਕਰਨਾ ਚਾਹੁੰਦੇ ਆ, ਤੇਰੀ ਮਦਦ ਦੀ ਲੋੜ ਹੈ ਅਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ, ਉਹਨੂੰ ਮਿਲੇ ਤੋਂ ਬਗੈਰ ਨਾ ਜਾਓ। ਇੰਨਾ ਕੰਮ ਕਰਕੇ ਉਹ ਦੋਨੋਂ ਸੇਵਕ ਜਿਹੜੇ ਗੁਰੂ ਦੇ ਵਾਪਸ ਆ ਗਏ। ਉਦੋਂ ਬਾਅਦ 'ਚ ਫਿਰ ਸਵੇਰ ਦਾ ਜਿਹੜਾ ਪ੍ਰੋਗਰਾਮ ਗੁਰੂ ਸਾਹਿਬ ਦਾ ਉਹ ਸਮਾਪਤ ਹੋ ਗਿਆ ਅਤੇ ਗੁਰੂ ਜੀ ਨੇ ਫਿਰ ਆ ਕੇ ਲੋਡੇ ਵੇਲੇ ਆਰਾਮ ਕੀਤਾ। ਆ ਕੇ ਆਰਾਮ ਕੀਤਾ। ਆਰਾਮ ਕਰਨ ਤੋਂ ਬਾਅਦ 'ਚ ਫਿਰ ਗੁਰੂ ਜੀ ਉੱਠੇ। ਮੈਂ ਤੁਹਾਨੂੰ ਜਿਹੜੀ ਸ਼ੈਤਾਨੀ ਇਸ ਲਿਖਾਰੀ ਦੀ ਦੱਸਣੀ ਹੈ, ਕਿੱਡਾ ਢੀਠ, ਕਿੱਡਾ ਸ਼ੈਤਾਨ, ਚਾਲਬਾਜ਼ ਗੁਰੂ ਦੀ ਉਸਤਤ ਬਹੁਤ ਕਰਦਾ ਹੈ। ਪਰ ਫਿਰ ਗੁਰੂ ਜੀ ਉੱਠ ਕੇ ਕੀ ਕੀਤਾ, ਉਹਨਾਂ ਨੇ ਸੁੱਖਾ ਅਫੀਮ ਸ਼ੱਕ ਸੋਚ ਠਾਣ, ਸੁੱਖਾ ਅਤੇ ਅਫੀਮ ਛਕੀ ਲੋਡੇ ਵੇਲੇ। ਫਿਰ ਉਹ ਆਪਣੇ ਬਾਹਰ ਅੰਦਰ ਗਏ, ਫਿਰ ਨਹਾਤੇ ਧੋਤੇ, ਫਿਰ ਤਿਆਰ ਹੋ ਕੇ ਦਰਬਾਰ ਵਿੱਚ ਆਏ। ਲਓ ਕਰ ਲਓ ਗੱਲ। ਪੱਕੀ ਤਕੀਦ ਕਰ ਦਿੱਤੀ ਹੈ ਕਿ ਗੁਰੂ ਸਾਹਿਬ 2 ਵੇਲੇ, ਆਮ ਤੌਰ 'ਤੇ ਸਾਡੇ ਅੱਜ ਕੱਲ੍ਹ ਲੋਕ 2 ਵੇਲੇ ਚਾਹ ਪੀਂਦੇ, ਸਵੇਰੇ ਅਤੇ 4 ਵਜੇ ਸ਼ਾਮ ਨੂੰ। ਉਹ ਜਿਹੜਾ ਸਾਡਾ ਚਾਹ ਦਾ ਟਾਈਮ ਹੈ ਉਹ ਗੁਰੂ ਸਾਹਿਬ ਦਾ ਭੰਗ ਅਤੇ ਅਫੀਮ ਖਾਣ ਦਾ ਟਾਈਮ ਹੈ। ਹੁਣ ਜੇ ਹਾਲੇ ਵੀ ਤੁਹਾਨੂੰ ਇਹ ਗ੍ਰੰਥ ਬਹੁਤ ਪਿਆਰਾ ਲੱਗੇ, ਫਿਰ ਭਾਈ ਇੱਕ ਹੈ ਨਾ, ਕਹਿੰਦੇ ਹੁੰਦੇ ਭਈ ਤੁਸੀਂ ਘੋੜੇ ਨੂੰ ਪਾਣੀ ਤੱਕ ਲਿਜਾ ਸਕਦੇ ਹੋ, ਪਰ ਪਾਣੀ ਪੀਣ ਲਈ ਘੋੜੇ ਨੂੰ ਮਜਬੂਰ ਨਹੀਂ ਕਰ ਸਕਦੇ, ਮਜਬੂਰ ਨਹੀਂ ਕਰ ਸਕਦੇ। ਅਸੀਂ ਇਹ ਖੋਜ ਕਰ ਸਕਦੇ ਹਾਂ, ਵੀਡੀਓ ਬਣਾ ਸਕਦੇ ਹਾਂ, ਵੀਡੀਓ ਬਣਾ ਕੇ ਲੋਡ ਵੀ ਕਰ ਸਕਦੇ ਹਾਂ, ਵੀਡੀਓ ਬਣਾ ਕੇ WhatsApp ਨੰਬਰਾਂ 'ਤੇ ਹੀ ਭੇਜ ਸਕਦੇ ਹਾਂ, ਪਰ ਅਸੀਂ ਕਿਸੇ ਨੂੰ ਇਹ ਵੀਡੀਓ ਸੁਣਨ ਲਈ ਮਜਬੂਰ ਨਹੀਂ ਕਰ ਸਕਦੇ। ਜੇ ਕੋਈ ਸੁਣ ਵੀ ਲਵੇ, ਅਸੀਂ ਉਹਨਾਂ ਨੂੰ ਮੰਨਣ ਲਈ ਮਜਬੂਰ ਨਹੀਂ ਕਰ ਸਕਦੇ। ਹਰ ਬੰਦਾ ਆਜ਼ਾਦ ਹੈ, ਉਹਦੀ ਮਰਜ਼ੀ ਹੈ। ਪਰ ਮੈਂ ਇੰਨੀ ਬੇਨਤੀ ਕਰ ਦੇਵਾਂ ਕਿ ਘੱਟੋ ਘੱਟ ਇੱਕ ਵਾਰ ਸੁਣ ਤੋਂ ਲਓ, ਤੁਹਾਡੇ ਗਿਆਨ ਵਿੱਚ ਆ ਜੂ ਇਹ ਗ੍ਰੰਥ ਵਿੱਚ ਲਿਖਿਆ ਕੀ ਹੈ। ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ। ਸੇ 2 ਵੇਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੰਗ ਅਤੇ ਅਫੀਮ ਚਾਹੀਦੀ ਸੀ, ਤਦ ਉਹਨਾਂ ਦੀ ਸੁਰਤੀ ਕਾਇਮ ਹੁੰਦੀ ਸੀ। ਸੋ ਅੱਜ ਦੀ ਵੀਡੀਓ ਇਹ ਜਿਹੜੀ ਅਸੀਂ ਇੱਥੇ ਤੱਕ, ਅਸੀਂ ਇੱਕ ਥੋੜ੍ਹਾ ਜਿਹਾ ਹੋਰ ਜ਼ਿਕਰ ਕਰ ਲੈਂਦੇ ਹਾਂ। ਫਿਰ ਉਸ ਆਪਣੇ ਭਾਈ ਦਇਆ ਰਾਮ ਨੂੰ ਫਿਰ ਗੁਰੂ ਸਾਹਿਬ ਨੇ ਭੇਜਿਆ। ਜਦੋਂ ਦੁਬਾਰਾ ਤਿਆਰ ਹੋ ਕੇ ਆਪਣੇ ਆਸਣ 'ਤੇ ਬਿਰਾਜੇ, ਜਾ ਭਾਈ ਦਇਆ ਰਾਮ ਜਾ ਕੇ ਪੰਡਿਤ ਕੇਸ਼ਵ ਦਾਸ ਨੂੰ ਬੁਲਾ ਲਿਆਓ, ਗੱਲਬਾਤ ਕਰੀਏ, ਦੇਵੀ ਪ੍ਰਗਟ ਕਰਨੀ ਆ। ਕੇਸ਼ਵ ਦਾਸ ਭਾਈ ਨੰਦ ਭਾਈ ਦਇਆ ਰਾਮ ਜੀ ਜਲਦੀ ਜਲਦੀ ਗਏ ਔਰ ਜਾ ਕੇ ਕੇਸ਼ਵ ਰਾਮ ਨੂੰ ਬੁਲਾ ਕੇ ਲਿਆਏ। ਕੇਸ਼ਵ ਰਾਮ ਨੇ ਹੱਥ ਵਿੱਚ, ਕੇਸ਼ਵ ਦਾਸ ਨੇ ਹੱਥ ਵਿੱਚ ਇੱਕ ਨਾਰੀਅਲ ਲਿਆ। ਆ ਕੇ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋਇਆ, ਗੁਰੂ ਸਾਹਿਬ ਨੂੰ ਆਸ਼ੀਰਵਾਦ ਕਿਹਾ। ਫਿਰ ਗੁਰੂ ਸਾਹਿਬ ਨੇ ਕੇਸ਼ਵ ਦਾਸ ਨੂੰ ਚੌਂਕੀ ਉੱਤੇ ਬਿਠਾ ਕੇ ਆਪਣੇ ਮਨ ਦਾ ਸਾਰਾ ਖਿਆਲ ਦੱਸਿਆ ਅਤੇ ਕੇਸ਼ਵ ਦਾਸ ਨੇ ਫਿਰ ਉਹਦੇ ਵਾਸਤੇ ਬਹੁਤ ਸਾਰੀ ਸਮੱਗਰੀ ਦੀ ਗੱਲ ਕੀਤੀ, ਬਹੁਤ ਸਾਰੇ ਪੈਸੇ ਖਰਚਣ ਹੋਣ ਦੀ ਗੱਲ ਕੀਤੀ। ਔਰ ਉਹ ਅਸੀਂ ਪ੍ਰਸੰਗ
अगली वीडियो विच करांगे। अज दी विचार इत्थे ही असीं समाप्त करदे हां। विचार करदिਆਂ ਹੋਇਆਂ अनेकों प्रकार दीयां फुल्लां गलतियां हो गईयां होणगीਆਂ। बख्श लेना, माफ़ करना। अगे तो कोशिश करांगे कि कोई गलती ना होवे। ते अज फिर पहलां ही तुहानूं दस दिता है कि ये वीडियो पसंद आवे तां इस नूं जरूर लाइक करो। आओ फतेह बुलाइए। वाहिगुरू जी का खालसा, वाहिगुरू जी की फतेह।